ਅਸੀਂ ਅੱਗੇ ਵਧਾਂਗੇ ਆਪਣੇ ਅਗਲੇ ਸੈਸ਼ਨ ਦੇ ਵੱਲ ਤੇ ਚਰਚਾ ਕਰਾਂਗੇ। ਸਿਆਸੀ ਗੱਠਜੋੜਾਂ ਦੀ ਗੱਲ ਹੋ ਰਹੀ ਹੈ, ਗੱਠਜੋੜ ਕਿਹਦੇ ਨਾਲ ਹੋਣਗੇ, ਚਰਚਾਵਾਂ ਜ਼ਰੂਰ ਤੇਜ਼ ਨੇ ਤੇ ਹੁਣ ਸਾਡੇ ਅਗਲੇ ਗੈਸਟ ਨੂੰ ਇਨਵਾਈਟ ਕਰਨ ਦਾ ਸਮਾਂ ਹੈ। ਤਾਂ ਅਗਲੇ ਗੈਸਟ ਨੇ ਸਾਡੇ ਅਕਾਲੀ ਦਲ ਸੰਯੁਕਤ ਤੋਂ, ਜੀ ਹਾਂ, ਇੱਕ ਐਸਾ ਚਿਹਰਾ ਜਿਨ੍ਹਾਂ ਨੂੰ ਬੇहद ਸੁਲਝਿਆ ਹੋਇਆ, ਬੇਸ਼ੱਕ ਉਮਰ ਛੋਟੀ ਹੈ ਪਰ ਉਹਨਾਂ ਨੂੰ ਬੜਾ ਸੁਲਝਿਆ ਹੋਇਆ ਸਿਆਸਤਦਾਨ ਸਮਝਿਆ ਜਾਂਦਾ, ਪਰਮਿੰਦਰ ਢੀਂਡਸਾ। ਪਰਮਿੰਦਰ ਢੀਂਡਸਾ ਅਕਾਲੀ ਦਲ ਤੋਂ ਵੱਖ ਹੋਏ ਆਪਣੇ ਪਿਤਾ ਸਮੇਤ ਔਰ ਹੁਣ ਅਕਾਲੀ ਦਲ ਸੰਯੁਕਤ ਆਪਣਾ ਵੱਖਰੀ ਪਾਰਟੀ ਇਹਨਾਂ ਨੇ ਬਣਾਈ ਹੈ ਔਰ ਵੱਖਰੀ ਪਾਰਟੀ ਬੇਸ਼ੱਕ ਅਕਾਲੀ ਦਲ ਦਾ ਨਾਮ ਹੈ ਜਿਹੜਾ ਉਹ ਹਜੇ ਨਾਲ ਜੁੜਿਆ ਹੋਇਆ, ਉਸੇ ਦੇ ਨਾਲ ਜੁੜਿਆ ਹੋਇਆ ਵੱਖਰਾ ਆਪਣਾ ਦਲ ਬਣਾਇਆ। ਕਿਸ ਤਰ੍ਹਾਂ ਦੀ ਸਿਆਸਤ ਕਰਨਗੇ, ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਜਾਣਾ ਹੈ 2022 ਦੇ ਵਿੱਚ, ਜੀ ਤਾਂ ਚਰਚਾ ਕਰਾਂਗੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ। ਓਵਰ ਟੂ ਯੂ ਵਿਜੇਪਾਲ ਐਂਡ ਪੰਕਜ। ਥੈਂਕ ਯੂ ਅਰਸ਼ਦੀਪ। ਪਰਮਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਦੇ ਮੰਚ ਤੇ। ਰਾਈਜ਼ਿੰਗ ਪੰਜਾਬ, ਉਹੀ ਸਵਾਲ ਮੈਂ ਜਿਹੜਾ ਸੋਮ ਪ੍ਰਕਾਸ਼ ਜੀ ਤੋਂ ਪੁੱਛ ਰਿਹਾ ਸੀ, ਜਿੱਥੋਂ ਸ਼ੁਰੂਆਤ ਕੀਤੀ ਸੀ ਉੱਥੋਂ ਹੀ ਕਰ ਲੈਂਦੇ ਆ ਕਿ ਰਾਈਜ਼ਿੰਗ ਹਰ ਕੋਈ ਇਹ ਲੋਚਦਾ ਹੈ, ਹਰ ਕੋਈ ਇਹ ਭਾਵਨਾ ਰੱਖਦਾ ਹੈ, ਹਰ ਕੋਈ ਇਹ ਉਮੀਦ ਰੱਖਦਾ ਹੈ ਕਿ ਪੰਜਾਬ ਅੱਗੇ ਵਧੇਗਾ, ਪੰਜਾਬ ਤਰੱਕੀ ਕਰੇਗਾ, ਪੰਜਾਬ ਬੁਲੰਦ ਹੋਏਗਾ। ਪਰ ਜਦੋਂ ਅਸੀਂ ਮੌਜੂਦਾ ਸਿਆਸਤ ਨੂੰ ਦੇਖਦੇ ਹਾਂ ਤਾਂ ਗੱਲ ਫ੍ਰੀ ਬੀਜ ਤੇ ਐਲਾਨਾਂ ਤੇ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਇੱਕ ਕੋਈ ਐਲਾਨ ਕਰਦਾ ਤਾਂ ਦੂਸਰਾ ਉਸ ਤੋਂ ਦੁੱਗਣੇ ਕਰ ਦਿੰਦਾ, ਤਿੱਗਣੇ ਕਰ ਦਿੰਦਾ। ਇਸ ਤਰੀਕੇ ਦੀਆਂ, ਜਾਂ ਕਹੀਏ ਕਿ ਇੱਕ ਮਿਊਜ਼ੀਕਲ ਚੇਅਰ ਵਾਲੀ ਫਾਈਟ ਜਿਹੜੀ ਹੈ ਉਹ ਚੱਲ ਰਹੀ ਹੈ। ਪਰ ਐਕਚੁਅਲ ਜਿਹੜੀ ਜੋ ਗਰਾਊਂਡ ਤੇ ਸਥਿਤੀ ਹੈ ਜਾਂ ਗਰਾਊਂਡ ਤੇ ਕੰਮ ਕਰਨਾ ਚਾਹੀਦਾ, ਸੋ ਉਸ ਬਾਰੇ ਬਹੁਤ ਘੱਟ ਚਰਚਾ ਸੁਣੀ ਹੈ ਕਿ ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਇੱਕ ਵਾਰੀ ਮੌਕਾ ਮਿਲ ਜੇ, ਇੱਕ ਵਾਰੀ ਐ ਹੋ ਜੇ। ਇਸ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ। ਤੁਸੀਂ ਵੀ ਕਿਸੇ ਵੇਲੇ ਸਰਕਾਰ ਦਾ ਪਾਰਟ ਰਹੇ ਹੋ, ਲੰਮਾ ਸਮਾਂ ਕੰਮ ਕੀਤਾ ਹੈ, ਖਜ਼ਾਨਾ ਮੰਤਰੀ ਰਹੇ ਹੋ, ਸੋ ਅੱਜ ਦੀ ਸਥਿਤੀ ਨੂੰ ਕਿਸ ਢੰਗ ਨਾਲ ਦੇਖ ਰਹੇ ਹੋ? ਤੁਹਾਡੀ ਪਾਰਟੀ ਤੇ ਮੈਂ ਬਾਅਦ ਚ ਆਉਣਾ, ਪਹਿਲਾਂ ਇਹ ਮੈਂ ਜਾਣਨਾ ਚਾਹੂੰਗਾ। ਦੇਖੋ ਜਪਾਲ ਜੀ, ਅੱਜ ਮੈਂ ਦੇਖ ਰਿਹਾ ਇੱਕ ਦੌੜ ਹੋ ਗਈ ਹੈ ਇੱਕ ਤੋਂ ਵੱਧ ਕੇ ਐਲਾਨ ਕਰਨ ਦੀ, ਵੀ ਜੇ ਇੱਕ ਕਹਿੰਦਾ ਮੈਂ 300 ਯੂਨਿਟ ਕਹਿਣਾ, ਦੂਜਾ ਕਹਿੰਦਾ ਮੈਂ 400 ਯੂਨਿਟ ਫ੍ਰੀ ਦੇਵਾਂਗਾ, ਇੱਕ ਕਹਿੰਦਾ ਮੈਂ 1000 ਰੁਪਏ ਦੇਵਾਂਗਾ ਔਰਤਾਂ ਨੂੰ, ਦੂਜਾ ਕਹਿੰਦਾ 2000 ਰੁਪਏ ਦੇਵਾਂਗਾ। ਇਹ ਮੈਂ ਸਮਝਦਾ ਇੱਕ ਬੜੀ ਮਾੜੀ ਪਿਰਤ ਹੈ, ਕਿਉਂਕਿ ਪੰਜਾਬ ਦੇ ਜੋ ਆਰਥਿਕ ਹਾਲਾਤ ਨੇ, ਜੋ ਪੰਜਾਬ ਦੀ ਇਕਨੋਮਿਕ ਸਿਚੁਏਸ਼ਨ ਹੈ, ਉਹ ਇਹ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦੀ। ਤੁਸੀਂ ਤੇ ਬਹੁਤ ਸਾਲ ਵਾਸਤਾ ਰਹੇ ਹੋ ਐਜ਼ ਏ ਫਾਈਨੈਂਸ ਮਿਨਿਸਟਰ। ਮੈਂ ਸਮਝਾਂਗਾ ਤੁਹਾਨੂੰ ਪੰਜਾਬ ਨੂੰ ਮੁੜ ਖੜਾ ਕਰਨ ਲਈ, ਪੰਜਾਬ ਨੂੰ ਮੁੜ ਸਾਰਨ ਦੇ ਲਈ ਇੱਕ ਰੋਡ ਮੈਪ ਦੇਣਾ ਪਏਗਾ, ਜਿਹੜਾ ਲੌਂਗ ਟਰਮ ਰੋਡ ਮੈਪ ਹੋਵੇ, ਜਿਹਦੇ ਨਾਲ ਤੁਸੀਂ ਪੰਜਾਬ ਦੀ ਜੋ ਸਟਰੈਂਥਸ ਨੇ ਜੀ ਉਹਨਾਂ ਤੇ ਵਰਕ ਕਰੋ ਤੇ ਗੈਪਸ ਰਿਮੂਵ ਕਰੋ ਤੇ ਪੰਜਾਬ ਆਪਣੇ ਅੱਗੇ ਵਧੇਗਾ। ਪੰਜਾਬ ਦੇ ਵਿੱਚ ਮੈਂ ਸਮਝਦਾ ਇੱਕ ਐਂਟਰਪ੍ਰੈਨਿਓਰੀਅਲ ਜਿਹੜੀ ਸਪਿਰਿਟ ਹੈ, ਉਹ ਸ਼ਾਇਦ ਜੋ ਪੰਜਾਬੀਆਂ 'ਚ ਹੈ, ਉਹ ਸ਼ਾਇਦ ਕਿਸੇ ਵੀ ਦੇਸ਼ ਦੇ ਹਿੱਸੇ 'ਚ ਲੋਕਾਂ 'ਚ ਨਹੀਂ ਹੈ ਜੀ। ਉਹਨੂੰ ਕਿਸੇ ਤਰੀਕੇ ਨਾਲ ਕਿਵੇਂ ਤੁਸੀਂ ਜਿਹੜਾ ਹੈ ਉਹਨੂੰ ਸਪੋਰਟ ਕਰੋਗੇ? ਤੁਸੀਂ ਕਿਸ ਤਰੀਕੇ ਦੇ ਨਾਲ ਸਾਡੇ ਨੌਜਵਾਨਾਂ ਨੂੰ, ਅਸੀਂ ਕਹੀਏ ਵੀ ਨੌਕਰੀਆਂ ਦੇ ਪਿੱਛੇ ਭੱਜ ਰਹੇ ਅੱਜ ਜੀ, ਜੇ ਉਹਨਾਂ 'ਚ ਇੰਨੀ ਐਂਟਰਪ੍ਰੈਨਿਓਰਲ ਸਪਿਰਿਟ ਹੈ, ਉਹ ਬਾਹਰਲੇ ਦੇਸ਼ਾਂ 'ਚ ਵੀ ਜਾ ਕੇ ਆਪਦੇ ਕਾਰੋਬਾਰ ਸਥਾਪਿਤ ਕਰਦੇ ਆ, ਤਾਂ ਜੇ ਸੂਬੇ ਦੀ ਸਰਕਾਰ ਉਹਨੂੰ ਸਪੋਰਟ ਕਰੇ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ? ਇਸੇ ਤਰ੍ਹਾਂ ਸਾਡੀ ਜੋ ਐਗਰੀਕਲਚਰ ਹੈ ਉਹਦੇ ਵਿੱਚ ਇੱਕ ਪਲਾਨਡ ਤਰੀਕੇ ਦੇ ਨਾਲ ਤੁਸੀਂ ਡਿਵਰਸੀਫਿਕੇਸ਼ਨ ਕਰਨ ਦੀ ਲੋੜ ਹੈ। ਜਿਹੜਾ ਸਾਡਾ ਮਿਹਨਤਕਸ਼ ਲੋਕ ਨੇ, ਉਹਨਾਂ ਨੂੰ ਉਹਨਾਂ ਦੀ ਲੇਬਰ ਦੀ ਡਿਗਨਿਟੀ ਤੁਸੀਂ ਦਿਓ, ਉਹਨਾਂ ਨੂੰ ਉਹਨਾਂ ਦੇ ਕੰਮ ਦਾ ਸਹੀ ਮੁੱਲ ਦਿਓ, ਤਾਂ ਕਿ ਉਹਨਾਂ ਨੂੰ ਸਰਕਾਰ ਦੀਆਂ ਮੁਫਤ ਚੀਜ਼ਾਂ ਵੱਲ ਝਾਕਣ ਦੀ ਲੋੜ ਨਾ ਪਵੇ। ਕਿਉਂਕਿ ਤੁਸੀਂ ਖਜ਼ਾਨਾ ਮੰਤਰੀ ਰਹੇ ਹੋ, ਜਦੋਂ ਇਸ ਤਰੀਕੇ ਦੇ ਐਲਾਨ ਹੁੰਦੇ ਆ ਤਾਂ ਖਜ਼ਾਨਾ ਮੰਤਰੀ ਦੇ ਦਿਮਾਗ 'ਚ ਉਸ ਵੇਲੇ ਕੀ ਚੱਲ ਰਿਹਾ ਹੁੰਦਾ ਹੈ ਕਿ ਇੰਨਾ ਖਜ਼ਾਨਾ ਹੈ ਵੀ ਹੈ? ਕਿਉਂਕਿ ਮੌਜੂਦਾ ਖਜ਼ਾਨਾ ਮੰਤਰੀ ਤਾਂ ਕਹਿੰਦੇ ਆ ਖਜ਼ਾਨਾ ਖਾਲੀ ਪਿਆ ਹੈ। ਵਿਜੇ, ਪੰਜਾਬ 'ਚ ਸਮਰੱਥਾ ਹੈਗੀ ਹੈ, ਪੰਜਾਬ ਦੇ ਖਜ਼ਾਨੇ ਸਮਰੱਥਾ ਹੈਗੀ ਹੈ ਭਾਰ ਚੱਲਣ ਦੀ, ਮੁਫਤ ਸਹੂਲਤਾਂ ਵਾਲਾ। ਦੇਖੋ ਮੈਂ ਤੁਹਾਨੂੰ ਇੱਕੋ ਐਗਜ਼ਾਮਪਲ ਦੇਣਾ, ਆਪਾਂ 300 ਯੂਨਿਟ ਜਾਂ 400 ਯੂਨਿਟ ਫ੍ਰੀ ਦੇਣ ਦੀ ਗੱਲ ਕਰਦੇ ਹਾਂ ਹਰ ਪਰਿਵਾਰ ਨੂੰ। ਪੰਜਾਬ ਦੇ ਵਿੱਚ 72 ਲੱਖ ਜਿਹੜੇ ਨੇ ਕਨੈਕਸ਼ਨ ਨੇ, ਤੁਸੀਂ ਉਹਨਾਂ ਨੂੰ ਕੈਲਕੂਲੇਟ ਕਰੋਗੇ, ਜੇ 400 ਯੂਨਿਟ ਫ੍ਰੀ ਕਰਨਾ ਚਾਹੁੰਦੇ ਹੋ ਤਾਂ 22,000 ਕਰੋੜ ਰੁਪਇਆ ਸਾਲ ਦੀ ਗਵਰਨਮੈਂਟ ਦੀ ਜਿਹੜੀ ਹੈ ਸਪੋਰਟ ਦੀ ਲੋੜ ਹੈ। ਜੇ ਤੁਸੀਂ 300 ਯੂਨਿਟ ਕਰਨਾ ਚਾਹੁੰਦੇ ਤਾਂ ਘੱਟੋ ਘੱਟ 16-17,000 ਕਰੋੜ ਰੁਪਇਆ ਤੁਹਾਨੂੰ ਸਾਲ ਦਾ ਚਾਹੀਦਾ ਹੈ। ਅੱਜ ਪੰਜਾਬ ਸਰਕਾਰ ਤੋਂ ਜਿਹੜਾ ਮੌਜੂਦਾ ਬਿਜਲੀ ਦਾ ਸਬਸਿਡੀ ਬਿੱਲ ਹੈ, ਜਿਹੜਾ ਤਕਰੀਬਨ 8-9,000 ਕਰੋੜ ਰੁਪਇਆ ਸਾਲ ਦਾ ਹੁੰਦਾ ਹੈ, ਉਹਦੇ ਵਿੱਚੋਂ ਵੀ 6-7,000 ਕਰੋੜ ਰੁਪਇਆ ਬਕਾਇਆ ਪਿਆ, ਉਹ ਦੇਣ ਦੀ ਸਮਰੱਥਾ ਨਹੀਂ ਹੈ ਪੰਜਾਬ ਦੀ ਗਵਰਨਮੈਂਟ, ਮਤਲਬ ਉਹਨੂੰ ਦੇ ਨਹੀਂ ਪਾ ਰਹੀ। ਤੇ ਅਸੀਂ ਗੱਲਾਂ ਐਡੀਆਂ ਵੱਡੀਆਂ ਕਰਦੇ ਹਾਂ।
ਇਸੇ ਤਰ੍ਹਾਂ ਨਹੀਂ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਜਿਹੜੇ ਐਲਾਨ ਕਰਦੇ ਆ ਉਹ ਕੈਲਕੂਲੇਟ ਨਹੀਂ ਕਰਦਾ ਕੋਈ ਇਹ ਜੁਮਲੇ ਹੁੰਦੇ ਮੈਂ ਤਾਂ ਇਹਨਾਂ ਨੂੰ ਜੁਮਲੇ ਹੀ ਕਹਾਂਗਾ। ਇਹਨਾਂ ਦੇ ਵਿੱਚੋਂ ਕੋਈ ਵੀ ਸਰਕਾਰ ਕੋਈ ਮਰਜ਼ੀ ਕਹੀਆਂ ਨੇ ਇਹਨਾਂ ਨੂੰ ਨਹੀਂ ਲਾਗੂ ਕਰ ਸਕਦੀ, ਕਿਉਂਕਿ ਪੰਜਾਬ ਦੇ ਜੋ ਬਜਟ ਦੇ ਵਿੱਚ ਇੰਨੀ ਫਿਸਕਲ ਸਪੇਸ ਨਹੀਂ ਹੈ ਕਿ ਉਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮੀਟ ਕਰ ਸਕੇ। ਇਹ ਵੀ ਮੈਂ ਸਮਝਦਾ ਦੌੜ ਸਿਰਫ ਇੱਕ ਲੱਗੀ ਹੈ ਕਿ ਜਿਵੇਂ ਪਿਛਲੀ ਸਰਕਾਰ ਲੋਕਾਂ ਨੂੰ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਬਣੀ ਹੈ ਕਿ ਜੇ ਉਹ 5 ਸਾਲ ਰਾਜ ਕਰ ਗਏ ਤਾਂ ਅਸੀਂ ਵੀ ਇਸੇ ਦੌੜ 'ਚ ਸ਼ਾਇਦ ਅਸੀਂ ਉਹਨਾਂ ਨਾਲੋਂ ਵੀ ਅੱਗੇ ਲੰਘ ਜਾਈਏ, ਵੱਧ ਐਲਾਨ ਕਰ ਦਈਏ ਤੇ ਸਰਕਾਰ ਬਣੇ। ਸਰਕਾਰ ਬਣਨ ਤੋਂ ਬਾਅਦ ਕਿਹਨੇ ਪੁੱਛਣਾ? ਇਹ ਸੋਚ ਬੜੀ ਘਾਤਕ ਹੈ ਤੇ ਇਹ ਤਾਂ ਮੈਂ ਸਮਝਦਾ ਲੋਕਾਂ ਦੇ ਵੋਟਾਂ ਦੀ ਠੱਗੀ ਹੈ, ਇਸ ਤੋਂ ਘੱਟ ਹੋਰ ਵੱਧ ਹੋਰ ਕੁਝ ਨਹੀਂ। ਪਰਮਿੰਦਰ ਜੀ, ਸੋਮ ਪ੍ਰਕਾਸ਼ ਹੋਰੀ ਬੈਠੇ ਹੋਏ ਨੇ ਔਰ ਮੇਰੀ ਸੁਖਦੇਵ ਢੀਂਡਸਾ ਹੋਰਾਂ ਨਾਲ ਜਦੋਂ ਵੀ ਗੱਲ ਹੁੰਦੀ ਸੀ ਉਹ ਕਹਿੰਦੇ ਜਦੋਂ ਅੰਦੋਲਨ ਮੁੱਕੇਗਾ ਉਦੋਂ ਬੀਜੇਪੀ ਦੇ ਨਾਲ ਗੱਲ ਕਰਾਂਗੇ। ਅੰਦੋਲਨ ਅੱਜ ਮੁੱਕ ਗਿਆ ਤਾਂ ਅਮਿਤ ਸ਼ਾਹ ਹੋਰੀ ਵੀ ਕਹਿ ਰਹੇ ਆ, ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਕਹਿ ਰਹੇ ਆ, ਮੀਟਿੰਗ ਹੋ ਚੁੱਕੀ ਹੈ ਬੀਜੇਪੀ ਦੇ ਨਾਲ ਜਾਂ ਆਉਣ ਵਾਲੇ ਦਿਨਾਂ 'ਚ ਮੀਟਿੰਗ ਥੋੜਾ ਜਿਹਾ ਕਲੀਅਰ ਕਰੋ ਇਸ ਦੇਖੋ, ਢੀਂਡਸਾ ਸਾਹਿਬ ਖੁਦ ਵੀ ਇਹ ਦੱਸ ਚੁੱਕੇ ਵੀ ਉਹਨਾਂ ਦੀ ਇੱਕ ਮੀਟਿੰਗ ਹੋਈ ਹੈ। ਉਹ ਸਿਰਫ ਇੱਕ ਪ੍ਰੀਲਿਮਿਨਰੀ ਮੀਟਿੰਗ ਸੀ, ਕਿਉਂਕਿ ਜਿਹੜੇ ਕੋਈ ਸਮਝੌਤੇ ਹੁੰਦੇ ਆ ਉਹ ਬਹੁਤ ਮੁੱਦੇ ਹੁੰਦੇ ਨੇ ਜਿਨ੍ਹਾਂ ਦੇ ਆਧਾਰ ਤੇ ਦੋਨਾਂ ਪਾਰਟੀਆਂ ਸਮਝੌਤੇ ਹੁੰਦੇ ਨੇ, ਜਿਹਦੇ ਵਿੱਚ ਏਜੰਡਾ ਵੀ ਹੁੰਦਾ ਹੈ ਸਟੇਟ ਵਾਸਤੇ ਤੇ ਕਿਉਂਕਿ ਉਹ ਨੈਸ਼ਨਲ ਪਾਰਟੀ ਹੈ, ਪੰਜਾਬ ਦੇ ਮੁੱਦੇ ਨੇ ਉਹਨਾਂ ਦੇ ਸੰਬੰਧੀ ਵੀ ਜਿਹੜਾ ਹੈ ਉਹਦੇ 'ਚ ਜਿਹੜਾ ਹੈ ਡਿਸਕਸ਼ਨਸ ਹੁੰਦੀਆਂ ਨੇ। ਫਿਰ ਅੱਗੇ ਪਾਰਟੀ ਜਿਹੜੀ ਹੈ ਕਿਸ ਇਸ਼ੂਜ਼ ਨੂੰ ਲੈ ਕੇ ਅੱਗੇ ਚੱਲਣਗੀਆਂ, ਮੌਜੂਦਾ ਇਸ਼ੂਜ਼ ਨੂੰ ਕਿਵੇਂ ਸੋਲਵ ਕਰਨਾ ਹੈ। ਸੋ ਇਹ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਕਰਕੇ ਹੀ ਜਿਹੜੀ ਗੱਲ ਹੈ ਕਿ ਹਜੇ ਇੱਕ ਮੀਟਿੰਗ ਜ਼ਰੂਰ ਹੋਈ ਹੈ ਤਕਰੀਬਨ 3-4 ਦਿਨ ਪਹਿਲਾਂ ਢੀਂਡਸਾ ਸਾਹਿਬ ਜੀ ਅਮਿਤ ਸ਼ਾਹ ਜੀ ਦੇ ਨਾਲ, ਅਮਿਤ ਸ਼ਾਹ ਉਹ ਪ੍ਰੀਲਿਮਿਨਰੀ ਮੀਟਿੰਗ ਸੀ। ਮਤਲਬ ਹਜੇ ਕੋਈ ਫਾਈਨਲ ਕੁਝ ਨਹੀਂ ਕਿਹਾ ਜਾ ਸਕਦਾ। ਲੇਕਿਨ ਕਿਉਂਕਿ ਸਮਾਂ ਵਿਜੇ ਬਹੁਤ ਘੱਟ ਹੈ ਤਾਂ ਇਸ ਵੇਲੇ ਦਿਮਾਗ 'ਚ ਹੋਏਗਾ ਕਿ ਇੰਨੀਆਂ ਸੀਟਾਂ ਅਲਾਈਅੰਸ ਹੁੰਦਾ ਹੈ ਤਾਂ ਫਿਰ ਅਸੀਂ ਲੈ ਸਕਦੇ ਹਾਂ, ਇੰਨੀਆਂ ਸੀਟਾਂ ਦੀ ਡਿਮਾਂਡ ਕੀਤੀ ਜਾ ਸਕਦੀ ਹੈ। ਦੇਖੋ, ਸੀਟਾਂ ਬਾਰੇ ਕੋਈ ਗੱਲ ਨਹੀਂ, ਪਹਿਲਾਂ ਤਾਂ ਨੇ ਇਸ਼ੂਜ਼ ਜੀ, ਕਿਉਂਕਿ ਅੱਜ ਬੀਜੇਪੀ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੈ। ਪੰਜਾਬ ਦੇ ਬੜੇ ਮੁੱਦੇ ਨੇ, ਪੰਥਕ ਬਹੁਤ ਮੁੱਦੇ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਲਮਕਦੇ ਨੇ, ਉਹਨਾਂ ਦੇ ਬਾਰੇ ਕੀ ਕੇਂਦਰ ਕਰ ਸਕਦਾ ਹੈ, ਉਹ ਇਸ਼ੂਜ਼ ਤੇ ਜਿਹੜੇ ਟੇਕ ਅਪ ਹੋਣਗੇ। ਫਿਰ ਅੱਗੇ ਜਿਹੜੀਆਂ ਟਿਕਟਾਂ ਦੀ ਲੈਣ ਦੇਣ ਉਹ ਗੱਲਾਂ ਜਿਹੜੀਆਂ ਬਾਅਦ 'ਚ ਹੁੰਦੀਆਂ। ਸੋ ਸਾਡੀ ਸਮਾਂ ਬੇਹੱਦ ਘੱਟ ਹੈ। ਨਹੀਂ, ਥੋੜੇ ਸਮੇਂ ਦੇ ਵਿੱਚ ਜਿਹੜੀਆਂ ਜਦ ਇੱਕ ਵਾਰੀ ਤੁਸੀਂ ਤੁਰ ਪੋ। ਹਾਂ, ਦੇਖੋ, ਅਗਲੀ ਮੀਟਿੰਗ ਦਾ ਹਜੇ ਕੋਈ ਮੇਰੇ ਨੌਲੇਜ ਨਹੀਂ ਹੈ। ਅੱਛਾ ਢੀਂਡਸਾ ਸਾਹਿਬ, ਤੁਸੀਂ ਬੀਜੇਪੀ ਨਾਲ ਹੀ ਅਲਾਈਅੰਸ ਕਿਉਂ ਦੇਖ ਰਹੇ ਹੋ? ਕੋਈ ਖਾਸ ਵਜ੍ਹਾ? ਅਸੀਂ ਕੋਈ ਐਸੀ ਗੱਲ ਨਹੀਂ ਕਿ ਬੀਜੇਪੀ ਨਾਲ ਹੀ, ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਹੈ ਉਹਨਾਂ ਨੇ ਸਾਨੂੰ ਇੱਕ ਆਫਰ ਦਿੱਤੀ ਹੈ, ਉਹਦੇ ਤੇ ਵਿਚਾਰ ਕਰ ਰਹੇ ਹਾਂ ਅਸੀਂ। ਕੋਈ ਇਹ ਨਹੀਂ ਵੀ ਅਲਾਈਅੰਸ ਹੋ ਗਿਆ, ਹਜੇ ਤਾਂ ਵਿਚਾਰ ਚੱਲ ਰਹੇ ਆ। ਅਮਿਤ ਸ਼ਾਹ ਹੋਰਾਂ ਨੇ ਜੇ ਦੋਨਾਂ ਦੀ ਸਹਿਮਤੀ ਹੋਏਗੀ ਤਾਂ ਜ਼ਰੂਰ ਹੋਏਗਾ, ਪਰ ਅਸੀਂ ਚਾਹਾਂਗੇ ਵੀ ਪੰਜਾਬ ਦੇ ਲਈ ਇਸ ਜੇ ਅਸੀਂ ਕੁਝ ਕਰਦੇ ਹਾਂ ਉਹਦੇ ਚੋਂ ਪੰਜਾਬ ਦੇ ਵਿੱਚ ਕੁਝ, ਪੰਜਾਬ ਵਾਸਤੇ ਕੁਝ ਪੋਜ਼ਿਟਿਵ ਵਿੱਚੋਂ ਨਿਕਲੇ, ਪੰਜਾਬ ਦਾ ਕੋਈ ਫਾਇਦਾ ਹੋਵੇ ਤਾਂ ਫਿਰ ਹੀ ਇਹ ਚੀਜ਼ਾਂ ਅੱਗੇ ਵਧਣ। ਕਾਂਗਰਸ ਜਾਂ ਆਮ ਆਦਮੀ ਪਾਰਟੀ ਨਾਲ ਵੀ ਕੋਈ ਵਿਚਾਰ ਹੋਇਆ ਅੱਗੇ ਵਧਣ ਤੇ? ਪਿਛਲੇ ਸਮੇਂ 'ਚ ਹੋਇਆ? ਪਾਰਟੀ ਦੇ ਵਿੱਚ ਕਾਂਗਰਸ ਨਾਲ ਕੋਈ ਵਿਚਾਰ ਨਹੀਂ ਹੋਇਆ। ਆਮ ਆਦਮੀ ਪਾਰਟੀ ਨਾਲ ਜਿਹੜਾ ਵਿਚਾਰ ਕਰਨ ਬਾਰੇ ਹੋਇਆ, ਪਰ ਉਹ ਅੱਜ ਤੱਕ ਕੋਈ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੇ। ਸੋ ਇਸ ਵਿੱਚ ਬੀਜੇਪੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਰਹਿਣਗੇ। ਕੈਪਟਨ ਅਮਰਿੰਦਰ ਸਿੰਘ ਤੇ ਤੁਸੀਂ ਵੀ ਸਵਾਲ ਪੌਣੇ 5 ਸਾਲ ਚੁੱਕਦੇ ਰਹੇ ਹੋ ਉਹਨਾਂ ਦੀ ਕਾਰਗੁਜ਼ਾਰੀ ਤੇ ਕਿ ਉਹਨਾਂ ਨੇ ਵਾਅਦੇ ਬਹੁਤ ਵੱਡੇ ਕੀਤੇ, ਚਾਹੇ ਡਰੱਗਸ ਨੂੰ ਲੈ ਕੇ ਹੋਵੇ, ਚਾਹੇ ਰੋਜ਼ਗਾਰ ਨੂੰ ਲੈ ਕੇ ਹੋਵੇ। ਤਾਂ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਆਣਗੇ ਤਾਂ ਉਹ ਜਿਹੜਾ ਇੱਕ ਨਵਾਂ ਸਮੀਕਰਨ ਬਣੇਗਾ, ਕਿੰਨਾ ਔਖਾ ਹੋਏਗਾ? ਕੈਪਟਨ ਸਾਹਿਬ ਨਾਲ ਹਜੇ ਸਾਡਾ ਕੋਈ ਇਸ ਸੰਬੰਧੀ ਗੱਲਬਾਤ ਨਹੀਂ ਹੋਈ ਤੇ ਇਹ ਜਦ ਅੱਗੇ ਟਾਕਸ ਮੂਵ ਕਰਨਗੀਆਂ ਉਦੋਂ ਅਸੀਂ ਦੇਖਾਂਗੇ ਵੀ ਕੀ ਸਮੀਕਰਨ ਬਣਦੇ ਆ। ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਾਂਗਾ ਵੀ ਜੋ ਵੀ ਕੁਝ ਜੇ ਸਾਡੀ ਪਾਰਟੀ ਜੋ ਫੈਸਲਾ ਲਏਗੀ ਪੰਜਾਬ ਦੇ ਹਿੱਤਾਂ ਨੂੰ, ਪੰਜਾਬ ਦੇ ਵਧੀਆ ਭਵਿੱਖ ਨੂੰ, ਪੰਜਾਬ ਦੇ ਹਰ ਵਰਗ ਦੇ ਹਿੱਤਾਂ ਨੂੰ ਮੁੱਖ ਰੱਖ ਕੇ। ਕਿੰਨੇ ਦਿਨਾਂ ਤੱਕ ਹੋ ਸਕਦਾ? ਦੇਖੋ, ਅਜੇ ਅੱਜ ਮੈਂ ਕੁਝ ਨਹੀਂ ਕਹਿ ਸਕਦਾ, ਹੋਏਗਾ ਨਹੀਂ ਹੋਏਗਾ, ਕਦ ਹੁੰਦੀ ਹੈ ਮੀਟਿੰਗ। ਸੋ ਇਹ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਅੱਛਾ ਪਰਮਿੰਦਰ ਜੀ, ਤੁਸੀਂ ਢੀਂਡਸਾ ਸਾਹਿਬ ਔਰ ਤੁਸੀਂ ਢੀਂਡਸਾ ਸਾਹਿਬ ਦਾ ਪੂਰਾ ਸਿਆਸੀ ਕੈਰੀਅਰ ਜਿਹੜਾ ਹੈ ਉਹ ਅਕਾਲੀ ਦਲ ਨਾਲ ਰਿਹਾ ਹੈ। ਤੁਸੀਂ ਵੀ ਜਦੋਂ ਤੋਂ ਪੋਲਿਟਿਕਸ 'ਚ ਪੈਰ ਹੀ ਅਕਾਲੀ ਪੋਲਿਟਿਕਸ 'ਚ ਰੱਖਿਆ ਔਰ ਅਕਾਲੀ ਪੋਲਿਟਿਕਸ 'ਚ ਵਿਚਰਦੇ ਆਏ ਹੋ।
ਮੈਂ ਸਵਾਲ ਤੁਹਾਨੂੰ ਇਸ ਲਈ ਪੁੱਛ ਰਿਹਾ ਕਿ ਵਿਦਨ ਪਾਰਟੀ ਜਿਸ ਨੂੰ ਅਨੁਸ਼ਾਸਨ ਕਿਹਾ ਜਾਂਦਾ ਹੈ ਜਾਂ ਵਿਦਨ ਪਾਰਟੀ ਪੋਲਿਟਿਕਸ ਅੱਜ ਦੀ ਡੇਟ 'ਚ ਬਹੁਤ ਲੜਾਈਆਂ ਉੱਭਰ ਕੇ ਸਾਹਮਣੇ ਆ ਗਈਆਂ। ਤੁਸੀਂ ਵੀ ਉਸ ਦਾ ਇੱਕ ਹਿੱਸਾ ਰਹੇ ਹੋ ਜਾਂ ਇਹ ਕਹਿ ਸਕਦੇ ਹਾਂ ਕਿ ਤੁਸੀਂ ਵੀ ਉਹਨਾਂ ਚੀਜ਼ਾਂ 'ਚੋਂ ਵਿਚਰੇ ਹੋ, ਲੰਘੇ ਹੋ। ਕਿਸ ਤਰੀਕੇ ਨਾਲ ਦੇਖਦੇ ਹੋ? ਮੇਰਾ ਸਿੱਧਾ ਸਵਾਲ ਤੁਹਾਨੂੰ ਇਹ ਹੈ ਕਿ ਕਿਉਂ ਐਸੀ ਨੌਬਤ ਆਈ ਕਿ ਇੰਨੇ ਸਾਲਾਂ ਦੀ ਜਿੱਥੇ ਸਾਰੀ ਉਮਰ ਬਤਾਈ ਹੋਵੇ ਤੁਹਾਨੂੰ ਉਹ ਪਾਰਟੀਆਂ ਤੱਕ ਛੱਡਣੀਆਂ ਪੈ ਗਈਆਂ ਔਰ ਆਪਣੇ ਵੱਖਰੇ ਰਸਤੇ ਅਖਤਿਆਰ ਕਰਨੇ ਪੈ ਗਏ? ਦੇਖੋ ਵਿਜੇ ਜੀ, ਇਹ ਗੱਲਾਂ ਜੇ ਰਾਤੋਂ ਰਾਤ ਨਹੀਂ ਹੁੰਦੀਆਂ। ਇਹ ਸਮਾਂ ਲੱਗਦਾ ਹੈ ਚੀਜ਼ਾਂ ਨੂੰ ਹੌਲੀ ਹੌਲੀ ਕਰਕੇ। ਜਦ ਤੁਸੀਂ ਪਾਰਟੀ ਦੇ ਵਿੱਚ ਕੋਈ ਇਸ਼ੂਜ਼ ਨੂੰ ਲੈ ਕੇ ਚੱਲਦੇ ਹੋ ਜੀ, ਜਿਹੜੇ ਲੋਕਾਂ ਦੇ ਇਸ਼ੂਜ਼ ਹੋਣ, ਜਦੋਂ ਐਡਰੈਸ ਨਹੀਂ ਹੁੰਦੇ ਜਾਂ ਤੁਹਾਨੂੰ ਲੱਗਦਾ ਹੈ ਵੀ ਪਾਰਟੀ ਆਪਦੇ ਸਿਧਾਂਤਾਂ ਤੋਂ ਤਿੜਕ ਰਹੀ ਹੈ, ਤਾਂ ਇਹ ਇਸ਼ੂਜ਼ ਨੂੰ ਲੈ ਕੇ ਹੌਲੀ ਹੌਲੀ ਫਰਕ ਪੈਂਦਾ ਹੈ। ਤੇ ਜਦੋਂ ਚੀਜ਼ਾਂ ਐਡਰੈਸ ਨਹੀਂ ਹੁੰਦੀਆਂ ਫਿਰ ਜਿਹੜਾ ਬੰਦੇ ਦਾ ਜਦ ਮਨ ਖੱਟਾ ਹੋ ਜਾਂਦਾ ਫਿਰ ਬੰਦਾ ਜਿਹੜਾ ਆਪਦਾ ਅੱਡ ਫੈਸਲਾ ਲੈਂਦਾ। ਪਾਰਟੀ ਕੋਈ ਛੱਡਣੀ, ਪਾਰਟੀ ਤੋਂ ਪਿਛੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਬੰਦਾ ਬੜਾ ਸੋਚ ਵਿਚਾਰ ਕੇ ਇਹ ਫੈਸਲਾ ਲੈਂਦਾ। ਪਰ ਇਹ ਜੋ ਫੈਸਲਾ ਢੀਂਡ ਸਾਹਿਬ ਨੇ ਲਿਆ ਉਹ ਇਸ ਵੀ ਗੱਲ ਕਰਕੇ ਵੀ ਜੋ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਸਿਧਾਂਤਾਂ ਨੂੰ, ਜਿਹੜੀ ਵਿਚਾਰਧਾਰਾ ਨੂੰ ਲੈ ਕੇ ਬਣਾਈ ਗਈ ਸੀ, ਅੱਜ ਜਿਹੜਾ ਹੈ ਉੱਥੋਂ ਕਾਫੀ ਜਿਹੜਾ ਹੈ ਅਸੀਂ ਡਿਫਰੈਂਟ ਰਸਤੇ ਤੇ ਉਹ ਚਲੇ ਗਏ। ਦੁੱਖ ਹੋਇਆ ਪਾਰਟੀ 'ਚ? ਦੁੱਖ ਤਾਂ ਹੁੰਦਾ ਹੀ ਹੈ, ਕਿਉਂ ਨਹੀਂ ਹੁੰਦਾ ਜੀ। ਮੈਂ ਤਕਰੀਬਨ 22-23 ਸਾਲ ਦਾ ਮੇਰਾ ਸਿਆਸੀ ਜੀਵਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਬਚਪਨ ਤੋਂ ਦੇਖਦੇ ਹਾਂ। ਇਹ ਸਾਡੀ 3rd ਜਨਰੇਸ਼ਨ ਹੈ। ਮੇਰੇ ਗ੍ਰੈਂਡਫਾਦਰ ਵੀ ਜਿਹੜਾ ਪੱਕੇ ਅਕਾਲੀ ਰਹੇ। ਢੀਂਡਸਾ ਸਾਹਿਬ ਆਜ਼ਾਦ ਜਿੱਤ ਕੇ ਉਹਨਾਂ ਨੂੰ ਬੜੇ, ਜਦੋਂ ਪਹਿਲੀ ਵਾਰ 1972 ਦੇ ਵਿੱਚ ਆਜ਼ਾਦ ਜਿੱਤੇ ਤਾਂ ਉਸ ਦੀ ਕਾਂਗਰਸ ਸਰਕਾਰ ਨੇ ਬੜੇ ਉਹਨਾਂ ਨੂੰ ਲਾਲਚ ਦਿੱਤੇ ਵੀ ਤੁਸੀਂ ਮਿਨਿਸਟਰ ਬਣ ਜਾਓ, ਆ ਜਾਓ, ਤੁਹਾਨੂੰ ਅਸੀਂ ਸ਼ਾਮਲ ਕਰਦੇ ਹਾਂ। ਪਰ ਉਹਨਾਂ ਦੀ ਇੱਕੋ ਹੀ ਸੀ ਵੀ ਮੈਂ ਇੱਕ ਅਕਾਲੀ ਪਰਿਵਾਰ 'ਚੋਂ ਹਾਂ, ਮੈਂ ਅਕਾਲੀ ਦਲ 'ਚ ਜਾਊਂਗਾ। ਤੇ ਉਹਨਾਂ ਨੇ ਹਾਕਮ ਪਾਰਟੀ ਹੋਰ ਹੁੰਦੇ ਵੀ ਅਕਾਲੀ ਦਲ ਸ਼ਾਮਲ ਹੋਏ ਕਿਉਂਕਿ ਉਹਨਾਂ 'ਚ ਇੱਕ ਭਾਵਨਾ ਸੀ, ਇੱਕ ਅਕਾਲੀ ਦਲ ਪ੍ਰਤੀ ਜਜ਼ਬਾ ਸੀਗਾ। ਸੋ ਉਹ ਚੀਜ਼ਾਂ ਨੂੰ ਦੇਖ ਕੇ ਤਾਂ ਮੈਂ ਸਮਝਦਾ ਇਹ ਫੈਸਲੇ ਕੋਈ ਸੌਖੇ ਨਹੀਂ। ਪਰ ਅੱਜ ਵੀ ਜਿਹੜੀ ਅਸੀਂ ਚੀਜ਼ ਲੈ ਕੇ ਚੱਲੇ ਹਾਂ, ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਹੀ ਅੱਗੇ ਮੂਹਰੇ ਰੱਖ ਕੇ ਜਿਹੜੀ ਸਾਡੀ ਪਾਰਟੀ ਚੱਲੀ। ਕਹਿੰਦੇ ਸੁਖਦੇਵ ਢੀਂਡਸਾ ਹੋਰਾਂ ਨੇ ਮਨ ਬਣਾ ਲਿਆ ਸੀ, ਪਰਮਿੰਦਰ ਜਾਣਾ ਨਹੀਂ ਚਾਹੁੰਦੇ ਸੀ। ਪਰਮਿੰਦਰ ਦੇ ਸਾਹਮਣੇ ਇੱਕ ਪਾਸੇ ਪਿਤਾ ਸੀ, ਦੂਜੇ ਪਾਸੇ ਪਾਰਟੀ ਸੀ, ਔਰ ਪਰਮਿੰਦਰ ਨੇ ਪਿਤਾ ਚੁਣੇ ਤਾਂ ਮਜਬੂਰੀ 'ਚ ਤੁਸੀਂ ਜਾਣਾ ਕਾਫੀ ਦੇਰ ਬਾਅਦ ਉਹਨਾਂ ਦੇ ਨਾਲ ਚੱਲੇ, ਕੀ ਵਜ੍ਹਾ ਸੀ? ਉਹਦਾ ਕਾਰਨ ਇਹ ਸੀ, ਢੀਂਡਸਾ ਸਾਹਿਬ ਨੇ ਪਹਿਲਾਂ ਜਦ ਉਹ ਸਾਰੀਆਂ ਗੱਲਾਂ ਤੋਂ ਅਪਸੈਟ ਸੀ, ਉਹਨਾਂ ਨੇ ਆਪਦੇ ਅਹੁਦੇ ਨੂੰ ਛੱਡ ਕੇ ਪਾਸੇ ਹੋ ਗਏ ਸੀ। ਉਹ ਜੀ, ਉਹਨੇ ਪਾਰਟੀ 'ਚ ਕੋਈ ਅਸਤੀਫਾ ਨਹੀਂ ਸੀ ਦਿੱਤਾ। ਉਹਨਾਂ ਨੇ ਆਪਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਆਪਦੀਆਂ ਜਿਹੜੀਆਂ ਗੱਲਾਂ ਸੀ ਉਹ ਸਾਰੀਆਂ ਜ਼ਾਹਰ ਕੀਤੀਆਂ। ਤੇ ਉਸ ਤੋਂ ਬਾਅਦ ਜਿਹੜਾ ਹੈ, ਕਿਉਂਕਿ ਉਹ ਪਾਰਟੀ ਦਾ ਹਿੱਸਾ ਤਾਂ ਸੀ ਕਿ ਪਾਰਟੀ ਛੱਡੀ ਨਹੀਂ ਸੀ, ਸੋ ਮੈਂ ਪਾਰਟੀ ਦੇ ਵਿੱਚ ਵਿਚਰਿਆ। ਤੇ ਜਦ ਉਹਨਾਂ ਨੇ ਮਨ ਬਣਾ ਲਿਆ ਵੀ ਮੈਂ ਇੱਕ ਸੈਪਰੇਟ ਪਾਰਟੀ ਫਲੋਟ ਕਰਨੀ ਹੈ, ਤਾਂ ਫਿਰ ਸੁਭਾਵਿਕ ਸੀ ਵੀ ਮੈਂ ਉਹਨਾਂ ਦੇ ਨਾਲ ਚੱਲਣਾ ਸੀ। ਤੇ ਨਾਲੇ ਜਿਹੜੇ ਮੁੱਦੇ ਉਹਨਾਂ ਨੇ ਚੱਕੇ ਸੀ ਉਹਨਾਂ ਨਾਲ ਮੈਂ ਇਸ ਗੱਲ ਤੇ ਜ਼ਰੂਰ ਸਹਿਮਤ ਸੀ ਵੀ ਇਹ ਮੁੱਦੇ ਸਹੀ ਨੇ ਤੇ ਵੀ ਸ਼ਾਇਦ ਐਡਰੈਸ ਹੋ ਜਾਣ। ਸਾਨੂੰ ਵੀ ਇਹ ਸੀਗਾ ਵੀ ਸ਼ਾਇਦ ਐਡਰੈਸ ਹੋ ਸਕਦਾ। ਸੁਖਬੀਰ ਬਾਦਲ ਹੋਰਾਂ ਨੇ, ਵਿਕਰਮ ਮਜੀਠੀਆ ਹੋਰਾਂ ਨੇ ਤੁਹਾਡੀ ਜ਼ਿੰਮੇਵਾਰੀ ਲਗਾਈ ਸੀ ਪਿਤਾ ਨੂੰ ਮਨਾ ਕੇ ਲਿਆਓ ਵਾਪਸ, ਤੁਸੀਂ ਮਨਾ ਨਹੀਂ ਪਾਏ, ਪਿਤਾ ਨੇ ਤੁਹਾਨੂੰ ਮਨਾ ਲਿਆ। ਐਸੀ ਕੋਈ ਗੱਲ ਨਹੀਂ। ਉਹ ਖੁਦ ਵੀ ਬਾਦਲ ਸਾਹਿਬ ਦੀ ਸੁਖਬੀਰ ਜੀ ਦੀ ਮੀਟਿੰਗ ਢੀਂਡ ਸਾਹਿਬ ਨਾਲ ਹੋਈ ਸੀ। ਉਹ ਸਾਰੇ ਜਿਹੜਾ ਮੀਡੀਆ 'ਚ ਵੀ ਆਈ ਸੀ। ਸੋ ਮੇਰੀ ਕੋਈ ਐਸੀ ਖਾਸ ਡਿਊਟੀ ਨਹੀਂ ਸੀ ਲੱਗੀ। ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਮੁੱਦੇ ਉਠਾਏ ਸੀ ਜਾਂ ਤੁਹਾਨੂੰ ਉਮੀਦ ਸੀ ਕਿ ਐਡਰੈਸ ਹੋ ਜਾਣਗੇ, ਉਹ ਐਡਰੈਸ ਤੇ ਹੋਏ ਨਹੀਂ। ਉਸ ਤੋਂ ਬਾਅਦ ਅਲਟੀਮੇਟਲੀ ਢੀਂਡਸਾ ਸਾਹਿਬ ਨੂੰ ਵੀ ਤੁਹਾਨੂੰ ਵੀ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ, ਜੋ ਪ੍ਰੋਸੀਜਰ ਹੁੰਦਾ ਹੈ ਜੋ ਪਾਰਟੀਆਂ ਜਿਸ ਤਰੀਕੇ ਨਾਲ ਅਡਾਪਟ ਕਰਦੀਆਂ। ਸੋ ਮੈਂ ਜਿਹੜਾ ਸਵਾਲ ਪੁੱਛਿਆ ਸੀ ਉੱਥੇ ਆ ਰਿਹਾ ਕਿ ਵਿਦਨ ਪਾਰਟੀ ਪੋਲਿਟਿਕਸ ਜਿਹੜੀ ਅਨੁਸ਼ਾਸਨ ਦੀ ਗੱਲ ਕੀਤੀ ਜਾਂਦੀ ਹੈ ਕਿ ਸਾਡੀ ਪਾਰਟੀ 'ਚ ਅਨੁਸ਼ਾਸਨ ਬਹੁਤ ਹੈ। ਕੋਈ ਵੀ ਪਾਰਟੀ, ਮੈਂ ਸਿਰਫ ਅਕਾਲੀ ਦਲ ਦੀ ਗੱਲ ਨਹੀਂ ਕਰ ਰਿਹਾ, ਮੈਂ ਆਮ ਆਦਮੀ ਪਾਰਟੀ ਦੀ ਵੀ, ਕਾਂਗਰਸ ਦੀ ਵੀ, ਬੀਜੇਪੀ ਦੀ, ਸਭ ਦੀ ਗੱਲ ਕਰ ਰਿਹਾ ਕਿ ਕੀ ਅਨੁਸ਼ਾਸਨ ਦੇ ਨਾਮ ਤੇ ਜਦੋਂ ਕੋਈ ਆਵਾਜ਼ ਚੱਕਦਾ ਹੈ ਜਾਂ ਆਪਣੀ ਕੋਈ ਗੱਲ ਰੱਖਣ ਦੀ ਕੋਸ਼ਿਸ਼ ਕਰਦਾ ਹੈ ਜਾਂ ਆਪਣੇ ਕੋਈ ਇਸ਼ੂਜ਼ ਐਡਰੈਸ ਕਰਨੇ ਚਾਹੁੰਦਾ ਹੈ ਤਾਂ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਕਿ ਇਸੇ ਨੂੰ ਅਨੁਸ਼ਾਸਨ ਕਹਿੰਦੇ ਆ? ਇਹ ਫੀਲ ਕਰਦੇ ਹੋ ਤੁਸੀਂ? ਦੇਖੋ, ਜੋ ਡੈਮੋਕ੍ਰੈਟਿਕ ਸਿਸਟਮਸ ਨੇ ਉਹ ਹੌਲੀ ਹੌਲੀ ਖਤਮ ਹੋ ਰਹੇ ਹਨ। ਤਕਰੀਬਨ ਇੱਕ ਇੰਡੀਵਿਜੂਅਲ ਜਿਹੜਾ ਸਾਰੇ ਫੈਸਲੇ ਲੈ ਰਹੇ ਆ ਤੇ ਪਾਰਟੀ ਦੇ ਵਿੱਚ ਬਹੁਤ ਅਹਿਮ ਮੁੱਦਿਆਂ ਤੇ ਵੀ ਸਲਾਹ ਨਹੀਂ ਲਈ ਜਾਂਦੀਆਂ, ਜਿਹਦੇ ਕਰਕੇ ਪਾਰਟੀ ਦੇ ਵਿੱਚ ਇਹ ਭਾਵਨਾ, ਜਿਹੜੇ ਲੋਕ ਕਿਸੇ ਆਈਡੀਓਲੋਜੀ ਨਾਲ ਜੁੜੇ ਹੁੰਦੇ ਆ, ਜਦ ਉਸ ਆਈਡੀਓਲੋਜੀ ਦੇ ਅਗੇਂਸਟ ਕੋਈ ਫੈਸਲੇ ਹੁੰਦੇ ਆ ਜਾਂ ਤਾਂ ਉਦੋਂ ਫਿਰ ਉਹਨਾਂ ਦਾ ਮਨ ਦੁਖਦਾ ਹੈ। ਦੇਖੋ, ਅਨੁਸ਼ਾਸਨ ਇਹ ਹੈ ਵੀ ਬੰਦਾ ਪਹਿਲਾਂ ਕੋਸ਼ਿਸ਼ ਕਰੇ ਪਾਰਟੀ ਦੇ ਵਿੱਚ ਰਹਿ ਕੇ ਵੀ ਯਾਰ ਇਹ ਇਸ਼ੂਜ਼ ਐਡਰੈਸ ਹੋਣ।
ਪਰ ਜੇ ਵਾਰੀ-ਵਾਰੀ ਕੋਸ਼ਿਸ਼ ਕਰਨ ਤੋਂ ਬਾਅਦ ਜੇ ਨਹੀਂ ਮਸਲੇ ਹੱਲ ਹੁੰਦੇ ਫਿਰ ਬੰਦੇ ਕੋਲ ਰਸਤਾ ਕੋਈ ਨਹੀਂ ਹੁੰਦਾ। ਕਿਉਂਕਿ ਦੋ ਸੋ ਇਸ ਦੋ ਲਈ- ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਇੱਕ ਜਿਵੇਂ ਤੁਸੀਂ ਢੀਂਡਸਾ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਵੀ ਉਹਨਾਂ ਨੇ ਉਸ ਵੇਲੇ ਕੋਈ ਬਹੁਤ ਜ਼ਿਆਦਾ ਮੀਡੀਆ 'ਚ ਆ ਕੇ ਇਸ ਤਰੀਕੇ ਦੀ ਬਿਆਨਬਾਜ਼ੀ ਜੋ ਨਹੀਂ, ਠੀਕ ਹੈ ਇਸ਼ੂਜ਼ ਉੱਠਦੇ ਰਹੇ ਆ, ਆਉਂਦੇ ਵੀ ਰਹੇ ਸੀ, ਉਹ ਆਪਣੀ ਗੱਲ ਕਹਿੰਦੇ ਵੀ ਸੀ। ਇੱਕ ਤਰੀਕਾ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਵੀ ਆਵਾਜ਼ ਚੱਕਦੇ ਆ ਪਾਰਟੀ ਦੇ ਵਿੱਚ ਰਹਿ ਕੇ, ਦੋਨਾਂ 'ਚ ਕੀ ਫਰਕ ਦੇਖਦੇ ਹੋ? ਦੇਖੋ ਹਰ ਕਿਸੇ ਦਾ ਆਪਦਾ ਸੈਪਰੇਟ ਤਰੀਕਾ ਹੈ, ਹਰ ਬੰਦੇ ਦੀ ਆਪਦੀ ਇੰਡੀਵਿਜੂਅਲ ਪਰਸਨੈਲਿਟੀ ਹੁੰਦੀ ਹੈ ਤੇ ਉਹਦੇ ਮੁਤਾਬਕ ਉਹ ਚੱਲਦਾ ਹੈ। ਸੋ ਉਸ ਪਰਸਨੈਲਿਟੀ ਨੂੰ ਤਾਂ ਤੁਸੀਂ ਜਿਹੜਾ ਹੈ ਬੰਦੇ 'ਚੋਂ ਉਹਦੀ ਇੱਕ ਇੰਡੀਵਿਜੂਅਲਿਟੀ ਕੱਢ ਨਹੀਂ ਸਕਦੇ, ਉਹਨੇ ਆਪਦੇ ਤਰੀਕੇ ਨਾਲ ਚੱਲਣਾ ਹੀ ਚੱਲਣਾ ਹੈ। ਸੋ ਪਾਰਟੀ ਦੇ ਵਿੱਚ ਇੱਕ ਬੜਾ ਬੈਲੈਂਸ ਹੁੰਦਾ ਹੈਗਾ, ਇੱਕ ਡਿਸਪਲਿਨ ਦੇ ਵਿੱਚ ਰਹਿਣਾ ਤੇ ਇੱਕ ਡਿਕਟੇਟਰਸ਼ਿਪ ਲਿਆਉਣੀ। ਸੋ ਲੀਡਰਸ਼ਿਪ ਨੂੰ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਸਾਰਿਆਂ ਦੀਆਂ ਭਾਵਨਾਵਾਂ ਦੇ ਮੁਤਾਬਕ ਚੱਲੇ ਤੇ ਜਿਹੜਾ ਕਿਵੇਂ ਕੋਈ ਲਿਆਂਦੀ ਅੱਗੇ ਲੀਡਰ ਹੈ ਉਹ ਜਿਹੜਾ ਥੱਲੇ ਜਿਹੜੀ ਪਾਰਟੀ ਕੱਢ ਰਿਹਾ ਉਹ ਵੀ ਕੋਸ਼ਿਸ਼ ਕਰਦਾ ਵੀ ਅਸੀਂ ਨਹੀਂ, ਤੁਹਾਡੇ ਕਹਿਣ ਦਾ ਮਤਲਬ ਅਕਾਲੀ ਦਲ 'ਚ ਡਿਕਟੇਟਰਸ਼ਿਪ ਸੀ ਜਾਂ ਹੈ? ਦੇਖੋ ਬਿਲਕੁਲ ਇਹ 'ਚ ਇਹੀ ਗੱਲਾਂ ਤੇ ਤਾਂ ਅਸੀਂ ਕਹੇ ਵੀ ਬਹੁਤ ਜਿਹੜੇ ਫੈਸਲੇ ਨੇ ਉਹ ਬਿਨਾਂ ਸਲਾਹ ਤੋਂ ਬਿਨਾਂ ਵਿਚਾਰ ਤੋਂ ਜਿਹੜੇ ਲਏ ਜਿਹਦਾ ਪਾਰਟੀ ਨੂੰ ਨੁਕਸਾਨ ਹੋਇਆ ਜੀ, ਪਰ ਉਹ ਸਿਸਟਮ ਉਹਨੂੰ ਕੋਸ਼ਿਸ਼ ਕੀਤੀ ਵੀ ਇਹ ਸ਼ਾਇਦ ਇਹ ਸੁਧਾਰ ਹੋਵੇ, ਪਰ ਜਦ ਉਹ ਸੁਧਾਰ ਨਹੀਂ ਆਇਆ ਫਿਰ ਜਾ ਕੇ ਜਿਹੜਾ ਢੀਂਡ ਸਾਹਿਬ ਨੇ ਫੈਸਲੇ ਅੱਛਾ ਪਰਮਿੰਦਰ ਜੀ, ਕਿਉਂਕਿ ਮੰਚ ਰਾਈਜ਼ਿੰਗ ਪੰਜਾਬ ਹੈ ਔਰ ਬੀਜੇਪੀ ਦੇ ਨਾਲ ਅਲਾਈਅੰਸ ਹੁੰਦਾ ਹੈ, ਤਾਂ ਕੇਂਦਰ ਸਰਕਾਰ ਤੋਂ ਪੰਜਾਬੀਆਂ ਦੇ, ਸਿੱਖਾਂ ਦੇ ਅਗਰ 5 ਮਸਲੇ ਕਹਾਂ ਕਿ ਇਹ ਪਹਿਲ ਦੇ ਆਧਾਰ ਤੇ ਹੱਲ ਕਰਵਾਣੇ ਆ, ਤੁਹਾਡੀ ਪ੍ਰਾਇੋਰਟੀ ਕੀ ਹੋਏਗੀ? ਦੇਖੋ ਮਸਲੇ ਬਹੁਤ ਨੇ ਕਿਉਂਕਿ ਸੋਮਪ੍ਰਕਾਸ਼ ਜੀ ਸਾਹਮਣੇ ਬੈਠੇ ਸੁਣਦੇ ਵੀ ਹੋਣੇ ਆ। ਬਿਲਕੁਲ ਪੰਜਾਬ ਦੇ ਮਸਲੇ ਨੇ। ਪੰਜਾਬ ਦਾ ਮੈਂ ਸਮਝਦਾ ਇੱਕ ਤਾਂ ਪੰਜਾਬ ਦੀ ਰਾਜਧਾਨੀ ਦਾ, ਪੰਜਾਬ ਦੇ ਪਾਣੀਆਂ ਦਾ ਮਸਲਾ। ਤੁਹਾਨੂੰ ਲੱਗਦਾ ਹੈ ਤੇ ਕਿ ਜੋ ਬੀਜੇਪੀ ਨਹੀਂ, ਪੰਜਾਬ ਦੀ ਰਾਜਧਾਨੀ ਜਾਂ ਪਾਣੀ ਦਾ ਮੈਂ ਮਸਲਾ ਸਮਝਦਾ ਵੀ ਜੇ ਸਹੀ ਢੰਗ ਦੇ ਨਾਲ ਉਹ ਟੇਕ ਅਪ ਕੀਤੇ ਜਾਣ, ਉਹ ਰਾਤੋਂ ਰਾਤ ਕੋਈ ਚੀਜ਼ ਐਡਰੈਸ ਨਹੀਂ ਹੁੰਦੀਆਂ, ਪਰ ਉਹਨੂੰ ਐਡਰੈਸ ਸਾਨੂੰ ਜੇ ਕੋਈ ਜਿਹੜਾ ਹੈ, ਜੇ ਤਾਂ ਤੁਸੀਂ ਆਪਦਾ ਨਿਜਵਾਦ ਰੱਖ ਕੇ ਕਰੋਗੇ ਵੀ ਮੈਨੂੰ ਉਹਦਾ ਦੇ ਦਿਓ ਬਾਕੀ ਜੋ ਮਰਜ਼ੀ ਕਰੋ ਤੁਸੀਂ, ਜੇ ਤੁਸੀਂ ਕਹੋਗੇ ਵੀ ਸਾਨੀ ਇੱਕ ਜਿਹੜਾ ਏਜੰਡਾ ਬੇਸਡ ਅਸੀਂ ਸਪੋਰਟ ਤੁਹਾਡੇ ਨਾਲ ਹਾਂ, ਤਾਂ ਫਿਰ ਸ਼ਾਇਦ ਕੁਛ ਨਾ ਕੁਛ ਉਹਦੇ ਵਿੱਚੋਂ ਨਿਕਲ ਸਕਦਾ। ਅੱਜ ਪੰਜਾਬ ਦਾ ਜੋ ਬਾਰਡਰ ਹੈ ਜੇ ਉਹ ਖੁੱਲ੍ਹਦਾ ਹੈ ਟ੍ਰੇਡ ਵਾਸਤੇ ਤਾਂ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਏਗਾ। ਇਸ ਤਰ੍ਹਾਂ ਸਾਡੇ ਬਹੁਤ ਸਿੱਖ ਨੌਜਵਾਨ ਨੇ ਜਿਹੜੇ ਨਜ਼ਰਬੰਦ ਨੇ, ਜਿਨ੍ਹਾਂ ਦੀ ਸਜ਼ਾ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਰਿਹਾ ਕਰਾਉਣਾ। ਇਸੇ ਤਰ੍ਹਾਂ ਸਾਡੀ ਜਿਹੜੀ ਕਾਲੀ ਸੂਚੀ ਹੈ ਉਹਨੂੰ ਖਤਮ ਕਰਨਾ। 84 ਦੇ ਜਿਹੜੇ ਦੋਸ਼ੀ ਜਿਹੜੇ ਰਹਿ ਗਏ ਜਿਨ੍ਹਾਂ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ, ਕੁਛ ਨੂੰ ਤਾਂ ਦੇਖੋ ਮੌਜੂਦਾ ਸਰਕਾਰ ਨੇ ਕਈਆਂ ਨੂੰ ਜਿਹੜਾ ਹੈ ਉਹਨਾਂ ਨੇ ਸਜ਼ਾ ਦਵਾਈ ਵੀ ਹੈ। ਜਿਹੜੀ ਚੀਜ਼ ਦਾ ਕ੍ਰੈਡਿਟ ਦੇਣਾ ਚਾਹੀਦਾ ਮੈਂ ਸਮਝਦਾ ਉਹ ਦੇਣਾ ਵੀ ਬਣਦਾ ਹੈ, ਤੇ ਜਿਹੜੇ ਬਾਕੀ ਰਹਿ ਗਏ ਦੋਸ਼ੀ ਉਹਨਾਂ ਨੂੰ ਸਜ਼ਾ ਮਿਲਣੀਆਂ ਚਾਹੀਦੀਆਂ। ਇਸੇ ਤਰ੍ਹਾਂ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਜੋ ਮਿਸਿੰਗ ਚੀਜ਼ਾਂ ਨੇ ਜਿਹੜੀਆਂ, ਸੋ ਐਸੇ ਛੋਟੇ ਵੱਡੇ ਮੁੱਦੇ ਬਹੁਤ ਨੇ ਪੰਜਾਬ ਦੇ। ਇਹ ਗੱਲਾਂ ਰੱਖੀਆਂ ਅਮਿਤ ਸ਼ਾਹ ਹੋਰਾਂ ਦੇ ਨਾਲ? ਬਿਲਕੁਲ ਰੱਖਾਂਗੇ ਅਸੀਂ। ਢੀਂਡਸਾ ਸਾਹਿਬ ਨੇ ਪਹਿਲੀ ਮੀਟਿੰਗ 'ਚ ਵੀ ਰੱਖੀਆਂ ਤੇ ਅੱਗੇ ਵੀ ਜੇ ਕੋਈ ਗੱਲ ਅੱਗੇ ਵੱਧਦੀ ਹੈ ਤਾਂ ਅਸੀਂ ਜ਼ਰੂਰ ਰੱਖਾਂਗੇ। BSF ਦਾ ਮੁੱਦਾ ਰੱਖੋਗੇ? BSF ਦਾ ਵੀ ਹੈ, ਹੋਰ ਵੀ ਬਹੁਤ ਮੁੱਦੇ ਨੇ। ਮੈਂ ਤੁਹਾਨੂੰ ਕੁਝ ਗਿਣਾਏ ਨੇ ਜਿਹੜੇ ਅੱਜ ਪੰਜਾਬ ਦੇ ਵਿੱਚ ਸਾਨੂੰ ਤੇ ਖਾਸ ਤੌਰ ਤੇ ਮੈਂ ਸਮਝਦਾ ਇੱਕ ਵਰਕ ਕਰਨ ਦੀ ਲੋੜ ਹੈ ਵੀ ਜਿਹੜੀ ਇੱਕ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਜਾਂ ਹੋਰ ਕਮਿਊਨਿਟੀ ਦੇ ਵਿੱਚ ਇੱਕ ਜਿਹੜੀ ਗੱਲ ਚਲੀ ਗਈ ਹੈ ਵੀ ਸ਼ਾਇਦ ਬੀਜੇਪੀ ਸਰਕਾਰ ਸਿਰਫ ਹਿੰਦੂ ਜਿਹੜੇ ਨੇ ਕਮਿਊਨਿਟੀ ਵਾਸਤੇ ਕਰ ਰਹੀ ਹੈ, ਉਹ ਭਾਵਨਾ ਵੀ ਕੱਢਣ ਦੀ ਵੀ ਜਿਹੜੀ ਲੋੜ ਹੈਗੀ ਹੈ। ਸੋ ਇਹ ਸਾਰੇ ਇਸ਼ੂਜ਼ ਅਸੀਂ ਟੇਕ ਅਪ ਕਰਾਂਗੇ। ਅੱਛਾ, ਤੁਸੀਂ ਪਰਮਿੰਦਰ ਜੀ ਹੁਣ ਕਿਉਂਕਿ ਐਜ਼ ਏ ਪੋਲੀਟੀਸ਼ੀਅਨ ਤੁਸੀਂ ਵੀ ਸਿਨੈਰੀਓ ਇੱਕ ਵੱਖਰੇ ਤਰ੍ਹਾਂ ਦਾ ਵੇਖ ਰਹੇ ਹੋਵੋਗੇ। ਜਿਵੇਂ ਮੈਂ ਸੋਮ ਪ੍ਰਕਾਸ਼ ਜੀ ਨੂੰ ਸਵਾਲ ਪੁੱਛਿਆ ਸੀ ਕਿ ਪਹਿਲੀ ਵਾਰੀ ਹੈ ਬੀਜੇਪੀ ਅਕਾਲੀ ਦਲ ਤੋਂ ਅਲੱਗ ਹੋ ਕੇ ਲੜ ਰਹੀ ਹੈ, ਆਮ ਆਦਮੀ ਪਾਰਟੀ ਹੈ ਫੀਲਡ ਦੇ ਵਿੱਚ, ਕਾਂਗਰਸ ਪਾਰਟੀ ਹੈ, 4 ਧਿਰੀ ਹੋ ਗਿਆ, ਤੁਸੀਂ ਤੁਹਾਡੀ ਪਾਰਟੀ ਹੈ, ਤੁਸੀਂ ਪ੍ਰੋਬੇਬਲੀ ਅਲਾਈਅੰਸ ਦੇ ਜ਼ਰੀਏ ਜਾਓਗੇ, ਯਾਨੀ ਮੁਕਾਬਲਾ ਜਿਹੜਾ ਹੈ 4 ਧਿਰੀ ਰਹੇਗਾ। ਸੋ ਕਿਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਇਸ ਵੇਲੇ ਅੱਗੇ ਵੱਧ ਰਹੀ ਹੈ ਜਾਂ ਕਰਵਟ ਲੈ ਰਹੀ? ਲੋਕਾਂ ਦੇ ਵਿੱਚ ਬੜੀ ਕਿਉਰਿਓਸਿਟੀ ਹੈ, ਲੋਕ ਸਵਾਲ ਪੁੱਛਦੇ ਨੇ ਕਿ ਐਤਕੀ ਕਿੱਧਰ ਜਾਊਗਾ, ਕਿਹਦੀ ਬਣੂਗੀ। ਕੋਈ ਵੀ ਅਸੀਂ ਵੀ ਨਹੀਂ ਕਹਿ ਸਕਦੇ ਖੁੱਲ੍ਹ ਕੇ ਕਿ ਇਹਦਾ ਪਲੜਾ ਜ਼ਿਆਦਾ ਭਾਰੀ ਹੈ ਜਾਂ ਇਹਦਾ ਪਲੜਾ ਜ਼ਿਆਦਾ ਭਾਰੀ ਹੈ, ਕਿਉਂਕਿ ਫੀਲਡ 'ਚ ਸਵਾਲ ਬੜੇ ਤਰ੍ਹਾਂ ਦੇ ਨੇ, ਮੁੱਦੇ ਬੜੇ ਤਰ੍ਹਾਂ ਦੇ ਨੇ। ਸੋ ਪਰਮਿੰਦਰ ਢੀਂਡਸਾ ਕਿਸ ਲਿਹਾਜ਼ ਨਾਲ ਐਜ਼ ਏ ਪੋਲੀਟੀਸ਼ੀਅਨ ਦੇਖ ਰਹੇ? ਦੇਖੋ ਮੈਂ ਤਾਂ ਦੇਖਦਾ ਵੀ ਹਰ ਰੋਜ਼ ਸਮੀਕਰਨ ਬਦਲ ਰਹੇ ਹੈ
ਪੰਜਾਬ ਦੀ ਪੋਲਿਟਿਕਸ ਅੱਜ ਜੇ ਮੈਂ ਇੱਕ ਨਿਰਪੱਖ ਹੋ ਕੇ ਗੱਲ ਕਰਾਂ ਬੜੀ ਅਨਸਰਟਨਟੀ ਹੈ। ਅੱਜ ਕੋਈ ਵੀ ਕਿਸੇ ਲਈ ਵੀ ਜਿਹੜਾ ਵੀ ਕੋਈ ਚਾਹੇ ਪਾਰਟੀਆਂ ਸਾਰੀਆਂ ਇਸ ਗੱਲ ਦਾ ਜਿਹੜੀਆਂ ਆ ਕੇ ਸਟੇਜ ਤੇ ਕਹਿੰਦੀਆਂ ਵੀ ਸਾਡੀ ਸਰਕਾਰ ਬਣੇਗੀ ਸਾਡੀ ਬਣੇਗੀ, ਪਰ ਉਹ ਸਿਰਫ ਫॉर ਪਬਲਿਕ ਕੰਜ਼ੰਪਸ਼ਨ ਹੈ, ਫॉर ਮੀਡੀਆ ਹੈ। ਹਰ ਕਿਸੇ ਨੂੰ ਜਿਹੜਾ ਇਹ ਇਸ ਚੀਜ਼ ਦਾ ਸ਼ਾਇਦ ਇੱਕ ਕੁਐਸਚਨ ਮਾਰਕ ਹੈ ਸਾਰਿਆਂ ਦੇ ਸਾਹਮਣੇ ਵੀ ਕੀ ਬਣੇਗਾ। ਤੇ ਇਹ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਜਿਹੜੀ ਹੈ ਮਨ ਦੇ ਵਿੱਚ ਹੀ ਜੋ ਭਾਵਨਾ ਹੈ ਉਹ ਬੈਲਟ ਦੇ ਵਿੱਚੋਂ ਆਏਗੀ। ਪਰ ਇਹ ਮੈਂ ਮੰਨਦਾ ਵੀ ਜਿੰਨਾ ਚਿਰ ਇਲੈਕਸ਼ਨ ਵੋਟਾਂ ਨਹੀਂ ਪੈਂਦੀਆਂ, ਰੋਜ਼ ਤੁਸੀਂ ਦੇਖੋਗੇ ਸਮੀਕਰਨ ਬਦਲ ਰਹੇ ਨੇ, ਰੋਜ਼ ਏਜੰਡਾਸ ਚੇਂਜ ਹੋ ਰਹੇ ਨੇ, ਤੇ ਇਹ ਜਿਹੜਾ ਹੈ ਚੱਲਦਾ ਰਹੇਗਾ। ਪਰ ਇਸ ਵਾਰੀ ਬਾਕੀ ਸਾਰੀਆਂ ਇਲੈਕਸ਼ਨਾਂ ਪਿਛਲੀਆਂ ਇਲੈਕਸ਼ਨਾਂ ਨਾਲੋਂ ਮੈਂ ਸਮਝਦਾ ਕਾਫੀ ਡਿਫਰੈਂਟ ਹੋਈ। ਪਰਵਿੰਦਰ, ਤੁਹਾਡੀ ਜਿਹੜੀ ਨਵੀਂ ਪਾਰਟੀ ਹੈ ਉਸ ਤਰੀਕੇ ਨਾਲ ਗਰਾਊਂਡ ਤੇ ਐਕਟਿਵ ਨਜ਼ਰ ਨਹੀਂ ਆਉਂਦੀ, ਐਕਸ਼ਨ ਮੋਡ 'ਚ ਉਸ ਤਰੀਕੇ ਨਾਲ ਅਜੇ ਤੱਕ ਪਾਰਟੀ ਕੈਡਰ ਜਿਸ ਤਰੀਕੇ ਨਾਲ ਕੈਡਰ ਦੀ ਗੱਲ ਨਹੀਂ ਮਿਲਿਆ। ਉਹਦੀ ਇੱਕ ਵਜ੍ਹਾ ਮੈਨੂੰ ਇਹ ਵੀ ਲੱਗਦਾ ਹੈ ਕਿ ਪਰਮਿੰਦਰ ਢੀਂਡਸਾ ਬੜੇ ਸੌਫਟ ਸਪੋਕਨ ਨੇ, ਸੁਖਦੇਵ ਢੀਂਡਸਾ ਬੜੇ ਸੌਫਟ ਸਪੋਕਨ ਨੇ। ਦੂਸਰੀ ਪਾਰਟੀਆਂ ਦੇ ਲੀਡਰ ਦੇਖੇ ਜਾਣ, ਸੁਖਜਿੰਦਰ ਰੰਧਾਵਾ ਦੇਖੇ ਜਾਣ, ਸੁਨੀਲ ਜਾਖੜ ਦੇਖੇ ਜਾਣ, ਨਵਜੋਤ ਸਿੱਧੂ ਦੇਖੇ ਜਾਣ, ਸੁਖਵੀਰ ਬਾਦਲ ਦੇਖੇ ਜਾਣ, ਉਹ ਪੰਜਾਬ ਦੇ ਲੋਕ ਸ਼ਾਇਦ ਐਗਰੈਸਿਵ ਸਟਾਈਲ ਪਸੰਦ ਕਰਦੇ ਆ। ਇਹ ਵੀ ਇੱਕ ਵਜ੍ਹਾ ਤੋਂ ਲੱਗਦਾ ਹੈ ਕਿ ਤੁਹਾਨੂੰ ਵੀ ਐਗਰੈਸਿਵ ਹੋਣਾ ਪਏਗਾ। ਇਹਦੀ ਤਾਂ ਮੈਂ ਜ਼ਿੰਮੇਵਾਰੀ ਤੁਹਾਡੇ ਮੀਡੀਆ ਤੇ ਫਿਕਸ ਕਰੂੰਗਾ, ਤੁਸੀਂ ਸ਼ਾਇਦ ਸਾਨੂੰ ਘੱਟ ਤਰਜੀਹ ਦਿੰਦੇ ਹੋ। ਪਰ ਸਾਡੀ ਜੋ ਪਾਰਟੀ ਹੈ, ਨਹੀਂ ਇਹਦਾ ਤਾਂ ਤੁਹਾਡਾ ਧੰਨਵਾਦ ਹੈ, ਮੈਂ ਤਾਂ ਓਵਰਆਲ ਗੱਲ ਕਰ ਰਿਹਾ। ਗੱਲ ਇਹ ਹੈ ਵੀ ਗਰਾਊਂਡ ਲੈਵਲ ਤੇ ਮੈਂ ਗੱਲ ਕਹਿ ਸਕਦਾ ਵੀ ਸਾਡੀ ਜੋ ਪਾਰਟੀ ਦਾ ਸਟਰਕਚਰ ਹੈ, ਕਿਉਂਕਿ ਹਜੇ ਪਾਰਟੀ ਨੂੰ ਤਕਰੀਬਨ 1.25 ਸਾਲ ਜਾਂ 1.5 ਸਾਲ ਹੀ ਹੋਇਆ, ਹਰ ਜ਼ਿਲ੍ਹੇ ਦੇ ਵਿੱਚ ਹਰ ਸਬ ਡਿਵੀਜ਼ਨ ਦੇ ਵਿੱਚ ਅਸੀਂ ਤਕਰੀਬਨ ਪਿੰਡ ਤੱਕ ਇਹ ਲਿਜਾਣ ਦੀ ਸਾਡੀ ਕੋਸ਼ਿਸ਼ ਅਸੀਂ ਕੀਤੀ ਹੈ। ਸਾਡਾ ਪਾਰਟੀ ਦਾ ਸਟਰਕਚਰ ਖੜਾ ਹੋਇਆ ਤੇ ਇਹਨੇ ਥੋੜੇ ਸਮੇਂ ਜੋ ਅਸੀਂ ਕਾਡਰ ਸਥਾਪਿਤ ਕੀਤਾ ਹੈ ਉਹ ਵੀ ਇੱਕ ਕਾਬਲੇ ਤਾਰੀਫ ਹੈ। ਤੁਸੀਂ ਦੇਖੋਗੇ ਜਦ ਇਲੈਕਸ਼ਨ ਸ਼ੁਰੂ ਹੋਏਗੀ ਤਾਂ ਜਿਸ ਰੂਪ ਦੇ ਵਿੱਚ ਸਾਡੇ ਜੋ ਕੈਂਡੀਡੇਟਾਂ ਦੀਆਂ ਪਰਫਾਰਮੈਂਸ ਹੋਏਗੀ ਜਾਂ ਇਸ ਰੂਪ 'ਚ ਉੱਭਰ ਕੇ ਆਉਣਗੇ, ਉਹ ਸਾਰੇ ਵਾਸਤੇ ਹੈਰਾਨੀਜਨਕ ਹੋਏਗਾ। ਮੈਂ ਅੱਜ ਤੁਹਾਡੇ ਬੜੇ ਲੀਡਰ ਸੀਗੇ, ਬੜੇ ਜ਼ਿੰਮੇਵਾਰੀ ਦੇ ਨਾਲ ਤੁਹਾਡੇ ਸਟੇਜ ਤੇ ਗੱਲ ਕਹਿ ਰਿਹਾ। ਜਿਹੜੇ ਵੱਡੇ ਲੀਡਰ ਸੀਗੇ ਉਹ ਪਤਾ ਹੀ ਨਹੀਂ ਲੱਗਦਾ, ਆ ਗਏ ਚਲੇ ਗਏ, ਰੁੱਸ ਗਏ, ਮੰਨ ਗਏ, ਕਦੀ ਮਨਾ ਲਿਆ, ਕਦੀ ਫਿਰ ਰੁੱਸ ਗਏ। ਜਿਹੜੇ ਤੁਹਾਡੇ ਆਲੇ ਦੁਆਲੇ ਸਾਰੇ ਦੇਖੋ, ਸਾਰੇ ਲੀਡਰ ਇਕੱਠੇ ਹੋ ਕੇ ਕੰਮ ਕਰ ਰਹੇ ਹੈ ਤੇ ਸਾਰੇ ਡਿਸੀਜਨ ਮੇਕਿੰਗ ਦੇ ਵਿੱਚ ਇਨਵੋਲਵਡ ਨੇ ਤੇ ਸਾਰਿਆਂ ਨੂੰ ਨਾਲ ਲੈ ਕੇ ਜਿਹੜੀ ਪਾਰਟੀ ਦੀ ਲੀਡਰਸ਼ਿਪ ਚੱਲ ਰਹੀ ਹੈ। ਹਾਂ, ਹਰ ਪਾਰਟੀ ਦੇ ਵਿੱਚ ਮੁੱਦਿਆਂ ਤੇ ਡਿਫਰੈਂਸਸ ਹੋ ਸਕਦੇ ਨੇ। ਆਈ ਥਿੰਕ ਉਹ ਇੱਕ ਚੰਗੀ ਡੈਮੋਕ੍ਰੇਸੀ ਦਾ ਜੇ ਪਾਰਟੀ ਦੇ ਜਿਹਦੇ ਵਿੱਚ ਇੰਟਰਨਲ ਡੈਮੋਕ੍ਰੈਟਿਕ ਸਿਸਟਮ ਮਜ਼ਬੂਤ ਹੈ, ਉਹਦੇ ਵਿੱਚ ਹੀ ਅੰਦਰ ਵਿਚਾਰਾਂ 'ਚ ਮਤਭੇਦ ਹੋ ਸਕਦੇ ਨੇ ਜਾਂ ਉਹੀ ਬੈਠ ਕੇ ਉਹਨਾਂ ਨੂੰ ਨਜਿੱਠਣ ਦਾ ਕੰਮ ਕਰਦੇ ਆ। ਪਰ ਮੈਂ ਇਹ ਗੱਲ ਕਹਿ ਸਕਦਾ ਵੀ ਸਾਰੀ ਪਾਰਟੀ ਦੇ ਵਿੱਚ ਟੋਟਲ ਜਿਹੜੀ ਇਕਜੁੱਟਤਾ ਹੈ ਤੇ ਅਸੀਂ ਤਗੜੇ ਹੋ ਕੇ ਜਿਹੜੀ ਆਉਣ ਵਾਲੀ ਚੋਣ ਲੜਾਂਗੇ। ਇਸ ਵੇਲੇ ਜੋ ਮੌਜੂਦਾ ਕਵਾਇਦ ਚੱਲ ਰਹੀ ਹੈ, ਜਿਹਦੀ ਮੈਂ ਸ਼ੁਰੂਆਤ 'ਚ ਗੱਲ ਕਰ ਰਿਹਾ ਸੀ, ਐਲਾਨਾਂ ਦੀ, ਫ੍ਰੀ ਚੀਜ਼ਾਂ ਦੀ, ਤੁਸੀਂ ਘੱਟੋ ਘੱਟ ਉਸ ਚੀਜ਼ ਨੂੰ ਇਹ ਦਾਅਵਾ ਕਰਦੇ ਹੋ ਵੀ ਅਵੋਇਡ ਕਰੋਗੇ? ਔਰ ਅਸੀਂ ਦੇਖੋ, ਅਸੀਂ ਐਲਾਨ ਕਰਾਂਗੇ ਜਿਹੜੀ ਲੋੜ ਹੈ। ਅੱਜ ਜਿਹੜੀਆਂ ਪਾਰਟੀਆਂ ਕਰ ਰਹੀਆਂ ਉਹ ਸਾਰਿਆਂ ਵਾਸਤੇ ਕਰਦੀਆਂ ਵੀ 1000 ਯੂਨਿਟ ਸਾਰਿਆਂ ਨੂੰ ਮਾਫ, 1000 ਰੁਪਏ ਸਾਰਿਆਂ ਨੂੰ। ਲੋੜਵੰਦ ਨੂੰ ਹਮੇਸ਼ਾ ਸਰਕਾਰ ਨੂੰ ਸਪੋਰਟ ਕਰਨਾ ਚਾਹੀਦਾ ਤੇ ਕਰਨਾ ਪਵੇਗਾ। ਜਿਹੜੇ ਗਰੀਬ ਲੋਕ ਨੇ, ਲੋੜਵੰਦ ਨੇ, ਚਾਹੇ ਛੋਟਾ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਛੋਟਾ ਵਪਾਰੀ ਹੈ, ਉਹਨਾਂ ਦੀ ਸਰਕਾਰਾਂ ਨੂੰ ਉਹਨਾਂ ਦੀ ਹੈਂਡ ਹੋਲਡਿੰਗ ਕਰਨੀ ਪੈਂਦੀ ਹੈ। ਉਹਨਾਂ ਨੂੰ ਫ੍ਰੀ ਵੀ ਦੇਣਾ ਪੈਂਦਾ, ਉਹਨੂੰ ਸਸਤਾ ਵੀ ਦੇਣਾ ਪੈਂਦਾ, ਪਰ ਉਹ ਲਿਮਿਟਿਡ 20-25-30% ਲੋਕ ਨੇ। ਉਹਦੇ ਵਾਸਤੇ ਅਸੀਂ ਉਹਨਾਂ ਵਾਸਤੇ ਇੱਕ ਸਪੈਸੀਫਿਕਲੀ ਬਣਾਵਾਂਗੇ। ਬਾਕੀ ਸਾਡਾ ਏਜੰਡਾ ਹੋਏਗਾ ਵੀ ਅਸੀਂ ਜੋ ਸਿਸਟਮ ਦੇ ਵਿੱਚ ਜਿੱਥੇ ਜਿੱਥੇ ਕੋਈ ਕਮੀਆਂ, ਗੈਪਸ ਨੇ, ਉਹਨਾਂ ਨੂੰ ਕਿਵੇਂ ਅਸੀਂ ਫਿਲ ਕਰਨਾ ਹੈ। ਚਾਹੇ ਐਜੂਕੇਸ਼ਨ ਸਿਸਟਮ ਹੈ, ਚਾਹੇ ਹੈਲਥ ਸਿਸਟਮ ਹੈ, ਚਾਹੇ ਸਾਡਾ ਐਡਮਿਨਿਸਟ੍ਰੇਟਿਵ ਸਟਰਕਚਰ ਹੈ, ਉਹਦੇ 'ਚ ਕੀ ਤਬਦੀਲੀਆਂ ਲਿਆਉਣ ਦੀ ਲੋੜ ਹੈ, ਉਹ ਚੀਜ਼ਾਂ ਤੇ ਅਸੀਂ ਵਰਕ ਕਰਾਂਗੇ। ਸ਼ਾਇਦ ਉਹ ਬੈਟਰ ਰਿਜ਼ਲਟ ਦੇ ਸਕਣ। ਤੁਹਾਡੇ ਪਰਿਵਾਰ 'ਚੋਂ ਇਲੈਕਸ਼ਨ ਕੌਣ ਲੜੇਗਾ? ਸਿਰਫ ਮੈਂ ਲੜੂੰਗਾ ਜੀ। ਕਿਹੜੀ ਥਾਂ ਤੋਂ ਲੜੋਗੇ? ਮੈਂ ਲਹਿਰੇ ਤੋਂ। ਹਾਂ, ਬਿਲਕੁਲ ਫਿਕਸ ਹੈ ਸੀਟ ਤੁਹਾਡੀ? ਫਿਕਸ ਜੀ, ਫਿਕਸ। ਤੇ ਪੁਰਾਣੀ ਸਨਾਮ ਦਾ ਕੀ ਬਣੇਗਾ? ਸਨਾਮ ਦਾ ਕੋਈ ਨਾ ਕੋਈ ਲੜੇਗਾ ਪਾਰਟੀ ਦਾ ਲੀਡਰ। ਔਰ ਇੱਕ ਗੱਲ ਜਿਹੜੀ ਸੋਮ ਪ੍ਰਕਾਸ਼ ਜੀ ਨੇ ਕੀਤੀ ਸੀ, ਮੈਂ ਉਹ ਤੁਹਾਡੇ ਤੋਂ ਵੀ ਜਾਣਨਾ ਚਾਹੂੰਗਾ ਕਿ ਮੈਨੀਫੈਸਟੋਸ ਜਿਹੜੇ ਜਦੋਂ ਹੁਣ ਪਾਰਟੀਆਂ ਦੇ ਆ ਗਏ, ਤੁਸੀਂ ਸਮਝਦੇ ਹੋ ਵੀ ਉਹਦੀ ਲੀਗਲ ਸੈਂਕਟਿਟੀ ਹੋਣੀ ਚਾਹੀਦੀ ਹੈ, ਉਹਨੂੰ ਕਾਨੂੰਨੀ ਦਾਇਰੇ 'ਚ ਲਿਆਉਣਾ ਚਾਹੀਦਾ ਤਾਂ ਕਿ ਕੋਈ ਬਾਅਦ 'ਚ ਐਲਾਨ ਕਰਕੇ ਸਮਾਂ ਆ ਗਿਆ? ਕਿਉਂਕਿ ਪਹਿਲਾਂ ਜਿਹੜੇ ਪੋਲੀਟੀਕਲ ਲੋਕ ਸੀਗੇ ਉਹ ਬਹੁਤ ਵੱਡਾ ਉੱਚਾ ਅਖਲਾਕ ਸੀਗਾ ਉਹਨਾਂ ਦਾ, ਉਹਨਾਂ ਦੀ ਗੱਲ ਦਾ ਕੋਈ ਵਜਨ ਸੀ ਤੇ ਆਪਦੀ ਗੱਲ ਤੇ ਪਹਿਰਾ ਦਿੰਦੇ ਸੀ ਜੀ। ਪਰ ਅੱਜ ਸਮਾਂ ਬਦਲ ਗਿਆ ਤੇ ਹੁਣ ਸ਼ਾਇਦ ਕਾਨੂੰਨੀ ਦਾਇਰੇ ਦੇ ਲਾ ਕੇ ਹੀ ਉਹਨਾਂ ਨੂੰ
ਆਪਦੀ ਜ਼ਬਾਨ ਤੇ ਖੜਨ ਲਈ ਮਜਬੂਰ ਕੀਤਾ ਜਾ ਸਕਦਾ। ਇਹ ਜੇ ਕੋਈ ਇਲੈਕਸ਼ਨ ਕਮਿਸ਼ਨ ਇਹੋ ਜਿਹਾ ਕੋਈ ਸਟੈਪ ਚੱਕਦੀ ਹੈ ਤਾਂ ਮੈਂ ਸਮਝਦਾ ਬਹੁਤ ਵਧੀਆ ਹੋਏਗਾ ਤੇ ਇਹਦੇ ਨਾਲ ਸਾਡਾ ਜੋ ਡੈਮੋਕ੍ਰੈਟਿਕ ਸਿਸਟਮ ਹੈ ਹੋਰ ਮਜ਼ਬੂਤ ਹੋਏਗਾ, ਮੈਂ ਇਹ ਮੰਨਦਾ। ਠੀਕ ਠੀਕ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਤੁਸੀਂ ਬੈਠੇ, ਢੀਂਡਸਾ ਸਾਹਿਬ ਗੱਲਬਾਤ ਕੀਤੀ। ਤਾਂ ਪਰਮਿੰਦਰ ਢੀਂਡਸਾ ਜਿਨ੍ਹਾਂ ਨੇ ਆਪਣੇ ਅਗਲੇ ਦਿਨ ਦੇ ਜਿਹੜੇ ਅਗਲੇ ਆਉਣ ਵਾਲੇ ਸਮੇਂ ਦੇ ਵਿਚਾਰ ਸਾਂਝੇ ਕੀਤੇ ਹੈ। ਫਿਰ ਦੁਬਾਰਾ ਕਿਸੇ ਮੰਚ ਤੇ ਜੁੜਾਂਗੇ। ਢੀਂਡਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਥੈਂਕਸ ਪਰਮਿੰਦਰ ਢੀਂਡਸਾ ਜੀ, ਥੈਂਕਸ ਪੰਕਜ ਐਂਡ ਥੈਂਕਸ ਵਿਜੇ। ਪਰਮਿੰਦਰ ਜੀ ਤੁਸੀਂ ਥੋੜੀ ਦੇਰ ਮੰਚ ਤੇ ਬਣੇ ਰਹੋ ਤੇ ਹੁਣ ਮੈਂ ਰਿਕੁਐਸਟ ਕਰਾਂਗਾ ਸਾਡੇ ਮੈਨੇਜਿੰਗ ਐਡੀਟਰ ਜੋਤੀ ਕਮਲ ਜੀ ਨੂੰ ਕਿ ਉਹ ਆ ਕੇ ਪਰਮਿੰਦਰ ਢੀਂਡਸਾ ਜੀ ਨੂੰ ਆਨਰ ਕਰਨਗੇ। ਤਾਂ ਪੰਜਾਬ ਦੇ ਵਿੱਚ ਨਵੇਂ ਸਿਆਸੀ ਸਮੀਕਰਨ ਲਗਾਤਾਰ ਬਦਲਦੇ ਹੋਏ ਨਜ਼ਰ ਆ ਰਹੇ ਨੇ। ਕਈ ਤਰ੍ਹਾਂ ਦੇ ਗੱਠਜੋੜ, ਕਈ ਤਰ੍ਹਾਂ ਦੇ ਫੇਰ ਬਦਲ, ਕਈ ਤਰ੍ਹਾਂ ਦੀਆਂ ਤਸਵੀਰਾਂ ਉਹ ਨਜ਼ਰ ਆ ਰਹੀਆਂ ਨੇ। ਤਾਂ ਦੇਖਦੇ ਹਾਂ ਬੀਜੇਪੀ ਨਾਲ, ਹਾਲਾਂਕਿ ਹੁਣ ਤੱਕ ਦੇ ਹਾਲਾਤਾਂ ਮੁਤਾਬਕ ਸਿੱਧੀ ਗੱਲਬਾਤ ਹੈ ਜਿਹੜੀ ਉਹ ਚੱਲ ਰਹੀ ਹੈ ਪਰਮਿੰਦਰ ਢੀਂਡਸਾ ਹੋਰਾਂ ਦੀ, ਯਾਨੀ ਅਕਾਲੀ ਦਲ ਸੰਯੁਕਤ ਦੀ। ਤਾਂ ਇਹ ਗੱਲਬਾਤ ਕਿਸ ਪਾਸੇ ਵੱਲ ਜਾਂਦੀ ਹੈ, ਕਿੰਨਾ ਮੁੱਦਿਆਂ ਤੇ ਗੱਠਜੋੜ ਹੁੰਦਾ ਔਰ ਕਿੰਨਾ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਨੂੰ ਨਾਲ ਲੈ ਕੇ ਉਤਰਦੇ ਨੇ ਅਕਾਲੀ ਦਲ ਸੰਯੁਕਤ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਬੀਜੇਪੀ ਨਾਲ ਸਿੱਧੇ ਤੌਰ ਤੇ ਕਹਿ ਸਕਦੇ ਗੱਠਜੋੜ ਦੀ ਗੱਲ ਚੱਲ ਰਹੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਪਰਮਿੰਦਰ ਢੀਂਡਸਾ ਦੇ ਪਿਤਾ ਕਿਉਂਕਿ ਅਗਵਾਈ ਕਰ ਰਹੇ ਨੇ। ਸੁਖਦੇਵ ਸਿੰਘ ਢੀਂਡਸਾ ਇੱਕ ਵੱਡੇ ਆਗੂ ਅਕਾਲੀ ਦਲ ਤੋਂ ਵੱਖ ਹੋਏ ਨੇ ਔਰ ਅਕਾਲੀ ਦਲ ਸੰਯੁਕਤ ਦਾ ਗੱਠਜੋੜ ਕਈ ਵੱਖ-ਵੱਖ ਪਾਰਟੀਆਂ ਨੂੰ ਆਪਣੇ ਨਾਲ ਲਿਆ ਔਰ ਇਹ ਗੱਠਜੋੜ ਹੁਣ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਪੈਦਾ ਕਰੇਗਾ।